ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਮਹੱਲਾ ਤੀਜਾ, ਛੰਤ ਘਰ ਤੀਜਾ ਦੇ 9ਵੇਂ ਪਦੇ ਸ਼ਬਦ ਦੀ ਵਾਰੀ ਹੈ ਜੀ। ਏਕ ਓੰਕਾਰ ਸਤਿਗੁਰੂ ਪ੍ਰਸਾਦ, ਆਸਾ ਮਹੱਲਾ ਤੀਜਾ, ਛੰਤ ਘਰ ਤੀਜਾ। ਇੱਕ ਜੰਤ ਭਰਮ ਭੁੱਲੇ, ਤਿਨਸੈ ਆਪ ਭੁਲਾਏ, ਦੂਜੇ ਪਾਏ ਫਿਰੇ, ਹਉਮੈ ਕਰਮ ਕਮਾਏ। ਇੱਕ ਜੰਤ ਭਰਮ ਭੁੱਲੇ, ਤਿਨਸੈ ਆਪ ਭੁਲਾਏ, ਦੂਜੇ ਪਾਏ ਫਿਰੇ, ਹਉਮੈ ਕਰਮ ਕਮਾਏ। ਤਿਨਸੇ ਆਪ ਭੁਲਾਏ ਕਮਾਰਗ ਪਾਏ, ਤਿਨਕਾ ਕੁਛ ਨ ਵਸਾਈ। ਤਿਨਕੀ ਗਤ ਅਵਗਤ ਤੂੰ ਹੈ ਜਾਣੇ, ਜਿਨੇ ਰਚਨ ਰਚਾਈ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੇ ਬੁਝਾਏ। ਇਉਂ ਕਹੇ ਨਾਨਕ ਕਿਆ ਜੰਤ ਵਿਚਾਰੇ, ਜਾ ਤੁਧ ਭਰਮ ਭੁਲਾਏ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੇ ਬੁਝਾਏ। ਇਉਂ ਕਹੇ ਨਾਨਕ ਕਿਆ ਜੰਤ ਵਿਚਾਰੇ, ਜਾ ਤੁਧ ਭਰਮ ਭੁਲਾਏ। ਇਸ ਸ਼ਬਦ ਦੀ ਪਹਿਲੀ ਪੰਕਤੀ ਹੈ ਜੀ। ਇੱਕ ਜੰਤ ਭਰਮ ਭੂਲੇ, ਤਿਨਸੈ ਸਹਿ ਆਪ ਭੁਲਾਏ। ਗੁਰੂ ਜੀ ਆਖਦੇ ਹਨ, ਕਈ ਜੀਵ ਭਰਮਾਂ ਭੁਲੇਖਿਆਂ ਵਿੱਚ ਲੱਗ ਕੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਭੁੱਲ ਗਏ ਹਨ ਜੀ। ਉਹਨਾਂ ਦਾ ਅਸਲ ਮਕਸਦ ਕੀ ਸੀ ਮਨੁੱਖਾ ਜਨਮ ਪਾ ਕੇ, ਉਹ ਸਭ ਭੁੱਲ ਗਏ ਹਨ। ਫਿਰ ਗੁਰੂ ਜੀ ਆਖਦੇ ਹਨ, ਉਹ ਆਪਣੇ ਆਪ ਭੁੱਲੇ ਹਨ ਕਿ ਉਹ ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਭੁਲਾ ਦਿੱਤਾ ਹੈ ਜੀ। ਗੁਰੂ ਜੀ ਆਖਦੇ ਹਨ ਕਿ ਜੇ ਉਹ ਆਪਣੇ ਆਪ ਭੁੱਲੇ ਵੀ ਹਨ ਤਾਂ ਵੀ ਉਹ ਆਪਣੇ ਕਰਮਾਂ ਕਰਕੇ ਹੀ ਭੁੱਲੇ ਹਨ, ਤੇ ਜੇ ਉਹ ਪਰਮੇਸ਼ਰ ਨੇ ਭੁਲਾਏ ਹਨ ਤਾਂ ਵੀ ਉਹ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪਰਮੇਸ਼ਰ ਨੇ ਭੁਲਾਏ ਹਨ ਜੀ। ਅਗਲੀ ਪੰਕਤੀ ਹੈ ਜੀ। ਦੂਜੇ ਪਾਏ ਫਿਰੇ, ਹਉਮੈ ਕਰਮ ਕਮਾਏ। ਗੁਰੂ ਜੀ ਆਖਦੇ ਹਨ, ਉਹ ਜੀਵ ਦਵੈਤ ਭਾਵ ਵਿੱਚ ਘੁੰਮਦੇ ਫਿਰਦੇ ਰਹਿੰਦੇ ਹਨ ਜੀ। ਭਾਵ ਆਪਣਾ ਜਨਮ ਬਤੀਤ ਕਰਦੇ ਹਨ ਅਤੇ ਹੰਤਾ ਮਮਤਾ ਦੇ ਸਹਿਤ ਕਰਮਾਂ ਨੂੰ ਕਮਾਉਂਦੇ ਹਨ ਜੀ। ਮਾਇਆ ਵਿੱਚ ਹੀ ਖੁੱਭੇ ਹੋਏ ਉਹ ਆਪਣੇ ਕਰਮ ਕਮਾਉਂਦੇ ਹਨ ਜੀ। ਅਗਲੀ ਪੰਕਤੀ ਹੈ ਜੀ। ਤੈਸੈ ਆਪ ਭੁਲਾਏ ਕੁਮਾਰਗ ਪਾਏ, ਤਿਨਕਾ ਕੁਛ ਨ ਵਸਾਈ। ਗੁਰੂ ਜੀ ਆਖਦੇ ਹਨ, ਤਿਸ ਸਹਿ ਭਾਵ ਪਰਮੇਸ਼ਰ ਨੇ ਆਪ ਭੁਲਾ ਕੇ ਜਿਹੜੇ ਜੀਵ ਖੋਟੇ ਰਸਤੇ ਵਿੱਚ ਪਾਏ ਹਨ, ਪੁੱਠੇ ਰਸਤੇ ਵਿੱਚ ਪਾਏ ਹਨ, ਕੁਮਾਰਗ ਤੇ, ਉਹਨਾਂ ਦਾ ਕੀ ਵਸਾਈ ਭਾਵ ਉਹਨਾਂ ਦਾ ਵੱਸ ਨਹੀਂ ਚੱਲਦਾ ਜੀ। ਭਾਵ ਉਹ ਪਰਮੇਸ਼ਰ ਦਾ ਹੀ ਭਾਣਾ ਹੈ ਜੀ। ਉਹ ਆਪਣੇ ਕਰਮ ਆਪ ਹੀ ਕਮਾ ਰਹੇ ਹਨ ਜੀ, ਕਰਮਾਂ ਅਨੁਸਾਰ ਹੀ ਜੀ ਰਹੇ ਹਨ ਜੀ। ਅਗਲੀ ਪੰਕਤੀ ਹੈ ਜੀ। ਤਿਨਕੀ ਗਤ ਅਵਗਤ ਤੂੰ ਹੈ ਜਾਣੇ, ਜਿਨੇ ਰਚਨ ਰਚਾਈ। ਗੁਰੂ ਜੀ ਆਖਦੇ ਹਨ, ਉਹਨਾਂ ਦੀ ਗਤੀ ਤੇ ਅਗਤੀ ਨੂੰ ਇਹ ਪਰਮੇਸ਼ਰ ਹਰ ਤੂੰ ਆਪ ਹੀ ਜਾਣਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਉਸ ਪਰਮੇਸ਼ਰ ਨੇ ਆਪ ਇਹ ਸਾਰੀ ਸੰਸਾਰ ਦੀ ਰਚਨਾ ਰਚਾਈ ਹੋਈ ਹੈ, ਸਾਰੀ ਸ੍ਰਿਸ਼ਟੀ ਸਾਜੀ ਹੋਈ ਹੈ ਤੇ ਉਹਦੇ ਭਾਣੇ ਵਿੱਚ ਹੀ ਸਭ ਕੁਝ ਹੀ ਹੋ ਰਿਹਾ ਹੈ ਜੀ, ਚੰਗਾ ਮੰਦਾ ਸਭ ਕੁਝ। ਅਗਲੀ ਪੰਕਤੀ ਹੈ ਜੀ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੇ ਬੁਝਾਏ। ਗੁਰੂ ਜੀ ਆਖਦੇ ਹਨ, ਪਰਮੇਸ਼ਰ ਤੇਰਾ ਹੁਕਮ ਮੰਨਣਾ ਖਰਾ ਭਾਰਾ ਭਾਵ ਬੜਾ ਔਖਾ ਹੈ। ਫਿਰ ਗੁਰੂ ਜੀ ਆਖਦੇ ਹਨ, ਗੁਰਮੁਖ ਕਿਸੇ ਬੁਝਾਏ, ਕੋਈ ਵਿਰਲੇ ਗੁਰਮੁਖਾਂ ਨੂੰ ਹੀ ਤੁਸੀਂ ਆਪਣਾ ਹੁਕਮ ਬੁਝਾਉਂਦੇ ਹੋ। ਭਾਵ ਕੋਈ ਵਿਰਲੇ ਗੁਰਮੁਖ ਹੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤੁਹਾਡੇ ਹੁਕਮ ਨੂੰ ਜਾਣ ਸਕਦੇ ਹਨ ਜੀ। ਅਖੀਰਲੀ ਪੰਕਤੀ ਹੈ ਜੀ। ਇਉਂ ਕਹੇ ਨਾਨਕ ਕਿਆ ਜੰਤ ਵਿਚਾਰੇ, ਜਾ ਤੁਧ ਭਰਮ ਭੁਲਾਏ।
ਗੁਰੂ ਜੀ ਆਖਦੇ ਹਨ ਕਿ ਇਸ ਤਰ੍ਹਾਂ ਵਿਚਾਰੇ ਜੀਵ ਕੀ ਕਰ ਸਕਦੇ ਹਨ ਜੋ ਤੁਸੀਂ ਆਪ ਹੀ ਇਹਨਾਂ ਨੂੰ ਭਰਮਾਂ ਭੁਲੇਖਿਆਂ ਵਿੱਚ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ ਕਿ ਜੀਵ ਜੋ ਹੈ ਆਪਣਾ ਜੀਵਨ ਦਵੈਤ ਭਾਵਾਂ ਦੇ ਭਰਮਾਂ ਵਿੱਚ ਪੈ ਕੇ ਅਸਲ ਮਕਸਦ ਭੁੱਲੇ ਪਏ ਹਨ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਹ ਪਰਮੇਸ਼ਰ ਮਾਲਕ ਨੇ ਆਪ ਹੀ ਉਹਨਾਂ ਨੂੰ ਉਹਨਾਂ ਰਸਤਿਆਂ 'ਚ ਪਾ ਦਿੱਤਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਉਹ ਜੀਵ ਦਵੈਤ ਭਾਵਾਂ ਵਿੱਚ ਮਾਇਆਵੀ ਸੰਸਕਾਰਾਂ ਵਿੱਚ ਲੱਗੇ ਹੋਏ ਹਨ ਜੀ ਅਤੇ ਆਪਣੀ ਹਉਮੈ ਹੰਕਾਰ ਦੇ ਵਿੱਚ ਸਭ ਕੰਮ ਕਾਜ ਕਰਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਉਸ ਪਰਮੇਸ਼ਰ ਨੇ ਉਹਨਾਂ ਨੂੰ ਆਪ ਹੀ ਇਸ ਰਸਤੇ ਪਾਇਆ ਹੋਇਆ ਜੀ ਅਤੇ ਉਹ ਇਸ ਤਰ੍ਹਾਂ ਭੈੜੇ ਰਸਤੇ ਤੇ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਉਹਨਾਂ ਜੀਵਾਂ ਦਾ ਕੋਈ ਵੱਸ ਨਹੀਂ ਚੱਲਦਾ ਜੀ। ਫਿਰ ਗੁਰੂ ਜੀ ਆਖਦੇ ਹਨ ਭਾਵ ਕਿ ਉਹ ਜੀਵ ਆਪਣੇ ਕੀਤੇ ਕੰਮਾਂ ਕਰਕੇ ਜੋ ਕੰਮ ਕਰਦੇ ਆ ਉਹ ਕਰਮ ਬਣ ਰਿਹਾ ਹੈ ਕਰਕੇ ਹੀ ਦਵੈਤ ਭਾਵ ਹਉਮੈ ਹੰਕਾਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਉਹਨਾਂ ਦੀ ਚੰਗੀ ਮੰਦੀਆਂ ਜੀਵਨ ਦੀ ਹਾਲਤ ਨੂੰ ਤੂੰ ਆਪ ਜਾਣੀਕਾਰ ਹੈ ਜੀ, ਆਪ ਹੀ ਜਾਣੀ ਜਾਣ ਹੈ ਜੀ, ਤੂੰ ਸਭ ਕੁਝ ਜਾਣਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਕਿ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਰਚਾਈ ਹੈ ਫਿਰ ਉਸ ਦੇ ਰਾਜ ਨੂੰ ਕੋਈ ਵਿਰਲੇ ਗੁਰਮੁਖ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਂ ਦੁਆਰਾ ਅਗਰ ਪਰਮੇਸ਼ਰ ਸਮਝਾ ਦੇਵੇ ਤਾਂ ਹੀ ਸਮਝਦੇ ਹਨ। ਉਸ ਪਰਮੇਸ਼ਰ ਸਮਝਾ ਦੇਵੇ ਭਾਵ ਪਰਮੇਸ਼ਰ ਦੀ ਕਿਰਪਾ ਕਾਰਨ ਉਹ ਸਮਝਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਇਹ ਜੀਵ ਵਿਚਾਰੇ ਕੀ ਕਰ ਸਕਦੇ ਹਨ, ਤੁਸੀਂ ਆਪ ਹੀ ਉਹਨਾਂ ਨੂੰ ਭਰਮਾਂ ਭੁਲੇਖਿਆਂ ਵਿੱਚ ਗੁਰਸ਼ਬਦ ਆਪਣੇ ਅਸਲ ਗੁਰਸ਼ਬਦ ਗੁਰਬਾਣੀ ਨਾਮ ਤੋਂ ਵਿਸਰੇ ਹੋਏ ਹਨ ਜੀ, ਭਟਕੇ ਹੋਏ ਹਨ ਜੀ, ਆਪਣੇ ਅਸਲ ਜੀਵਨ ਮਾਰਗ ਨੂੰ ਤੋਂ ਭਟਕੇ ਹੋਏ ਹਨ। ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।